ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 360 ਤੋਂ ਲੈ ਕੇ 362 ਤੱਕ ਸਵੈਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ। ਅੱਜ ਗੁਰੂ ਅਮਰਦਾਸ ਜੀ ਦੀ ਬਾਣੀ ਰਾਗ ਆਸਾ ਵਿੱਚ ਸ਼ੁਰੂ ਹੋ ਰਹੀ ਹੈ ਜੀ। ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ। ਵਾਹਿਗੁਰੂ ਜੀ। ਰਾਗ ਆਸਾ ਘਰ ਦੂਜਾ ਮਹੱਲਾ ਤੀਜਾ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਪਰਮਾਤਮਾ ਇੱਕ ਹੈ ਤੇ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹਰ ਦਰਸ਼ਨ ਪਾਵੈ ਵਡ ਭਾਗ, ਗੁਰ ਕੈ ਸ਼ਬਦ ਸੱਚੈ ਬੈਰਾਗ। ਖਟ ਦਰਸ਼ਨ ਵਰਤੈ ਵਰਤਾਰਾ, ਗੁਰ ਕਾ ਦਰਸ਼ਨ ਅਗੰਮ ਅਪਾਰਾ। ਗੁਰ ਕੈ ਦਰਸ਼ਨ ਮੁਕਤ ਗਤ ਹੋਏ, ਸਾਚਾ ਆਪ ਵਸੈ ਮਨ ਸੋਏ। ਰਹਾਓ। ਹਾਂਜੀ ਸੰਗਤ ਜੀ, ਗੁਰੂ ਅਮਰਦਾਸ ਜੀ ਕਹਿੰਦੇ ਨੇ ਕਿ ਉਸ ਪਰਮਾਤਮਾ ਦਾ ਦੀਦਾਰ ਵੱਡੇ ਭਾਗਾਂ ਨਾਲ ਹੁੰਦਾ। ਕਹਿੰਦੇ ਵੱਡੇ ਭਾਗ ਕਿਵੇਂ ਬਣਦੇ ਨੇ? ਜਦੋਂ ਕਹਿੰਦੇ ਜੀਵ ਦੇ ਅੰਦਰ ਉਸ ਪਰਮਾਤਮਾ ਦੇ ਲਈ ਬੈਰਾਗ ਉਪਜਦਾ ਤੇ ਫਿਰ ਸ਼ਬਦ ਦੀ ਕਮਾਈ ਹੁੰਦੀ ਆ। ਗੁਰੂ ਦੇ ਸ਼ਬਦ ਦੇ ਰਾਹੀਂ ਨਾਮ ਦੀ ਕਮਾਈ ਹੁੰਦੀ ਆ। ਇੱਦਾਂ ਫਿਰ ਵੱਡੇ ਭਾਗ ਬਣਦੇ ਨੇ। ਕਹਿੰਦੇ ਜਿਸ ਤਰ੍ਹਾਂ ਉਸ ਵਕਤ ਦੀ ਗੱਲ ਕਰਦੇ ਨੇ ਨਾ, ਉਸ ਵਕਤ 6 ਸ਼ਾਸਤਰ ਚੱਲ ਰਹੇ ਸੀਗੇ। ਖਟ ਦਰਸ਼ਨ ਉਹਨਾਂ ਦਾ ਕਹਿੰਦੇ ਵੀ ਜਿਹੜੇ 6 ਸ਼ਾਸਤਰ ਨੇ, ਕਹਿੰਦੇ ਵੀ ਇਹਨਾਂ ਦੀ ਪਹੁੰਚ ਵੀ ਗੁਰੂ ਤੱਕ ਨਹੀਂ ਹੈ। ਗੁਰੂ ਦਾ ਕਹਿੰਦੇ ਜਿਹੜਾ ਦਰਸ਼ਨ ਹੈ ਅਪਹੁੰਚ ਹੈ, ਅਪਾਰ ਹੈ। ਕਹਿੰਦੇ ਗੁਰੂ ਦਾ ਦਰਸ਼ਨ। ਫਿਰ ਕਹਿੰਦੇ ਜਿਸ ਜੀਵ ਨੂੰ ਗੁਰੂ ਦੇ ਦਰਸ਼ਨ ਹੋ ਜਾਂਦਾ, ਉਸ ਜੀਵ ਦੀ ਵਿਕਾਰਾਂ ਤੋਂ ਮੁਕਤੀ ਹੋ ਜਾਂਦੀ ਆ ਤੇ ਉਹਦੀ ਉੱਚੀ ਆਤਮਿਕ ਅਵਸਥਾ ਬਣ ਜਾਂਦੀ ਆ ਗੁਰੂ ਦੇ ਦੀਦਾਰ ਨਾਲ। ਫਿਰ ਕਹਿੰਦੇ ਜਿਸ ਜੀਵ ਨੂੰ ਗੁਰੂ ਦਾ ਦੀਦਾਰ ਹੁੰਦਾ, ਉਹਦੇ ਅੰਦਰ ਉਹ ਸੱਚਾ ਪਰਮਾਤਮਾ ਆਪ ਆ ਵਸਦਾ। ਜਿਸ ਤਰ੍ਹਾਂ ਆਪਾਂ ਅੱਜ ਦੇ ਜੱਗ ਵਿੱਚ ਕਹਿ ਲਈਏ ਕਿ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਹੁਣ ਗੁਰੂ ਨੇ। ਸਾਨੂੰ ਗੁਰੂ ਗੋਬਿੰਦ ਸਿੰਘ ਜੀ ਇਹਨਾਂ ਦੇ ਲੜ ਲਾ ਕੇ ਗਏ ਨੇ, ਗੁਰੂ ਗ੍ਰੰਥ ਸਾਹਿਬ ਜੀ ਦੇ, ਜੋ 10 ਪਾਤਸ਼ਾਹੀਆਂ ਦੀ ਜੋਤ। ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣਾ ਕੀ ਹੈ? ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਆਪ ਸਮਝ ਕੇ ਪਾਠ ਕਰਦੇ ਹਾਂ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਸਮਝਦੇ ਹਾਂ ਤੇ ਉਹਦੇ ਅਨੁਸਾਰ ਸਾਡਾ ਜੀਵਨ ਢਲਦਾ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਭ ਤੋਂ ਵੱਡਾ ਉਪਦੇਸ਼ ਹੈ ਨਾਮ ਜਾਪ। ਜਦੋਂ ਨਾਮ ਦੀ ਕਮਾਈ ਹੁੰਦੀ ਆ ਤਾਂ ਨਾਮ ਦੀ ਕਮਾਈ ਦੇ ਨਾਲ ਜੀਵ ਵਿੱਚੋਂ ਵਿਕਾਰ ਨਿਕਲਣੇ ਸ਼ੁਰੂ ਹੋ ਜਾਂਦੇ ਆ ਤੇ ਜੀਵ ਦਾ ਹਿਰਦਾ ਪਵਿੱਤਰ ਹੋ ਜਾਂਦਾ ਤੇ ਉਸ ਪਵਿੱਤਰ ਹਿਰਦੇ ਵਿੱਚ ਪਰਮਾਤਮਾ ਆ ਵਸਦਾ। ਵਾਹਿਗੁਰੂ ਜੀ, ਵਾਹਿਗੁਰੂ ਜੀ। ਗੁਰ ਦਰਸ਼ਨ ਉਦਰੈ ਸੰਸਾਰਾ, ਜੇ ਕੋ ਲਾਏ ਪਾਉ ਪਿਆਰਾ। ਕਹਿੰਦੇ ਵੀ ਜਿਸ ਨੂੰ ਕਿਸੇ ਨੂੰ ਪ੍ਰੇਮ ਹੋ ਜਾਂਦਾ ਗੁਰੂ ਦੇ ਨਾਲ, ਫਿਰ ਕਹਿੰਦੇ ਉਹ ਗੁਰੂ ਦੇ ਦਰਸ਼ਨ ਕਰਦਾ। ਕਹਿੰਦੇ ਗੁਰੂ ਦੇ ਦਰਸ਼ਨ ਦੇ ਨਾਲ ਹੀ ਸੰਸਾਰ ਇਸ ਭਵਜਲ ਤੋਂ ਤਰ ਸਕਦਾ ਹੈ। ਭਾਉ ਪਿਆਰਾ ਲਾਏ ਵਿਰਲਾ ਕੋਏ, ਗੁਰ ਕੈ ਦਰਸ਼ਨ ਸਦਾ ਸੁਖ ਹੋਏ। ਕਹਿੰਦੇ ਕੋਈ ਵਿਰਲੇ ਨੇ ਜਿਨ੍ਹਾਂ ਨੂੰ ਕਹਿੰਦੇ ਗੁਰੂ ਦੇ ਨਾਲ ਪ੍ਰੇਮ ਹੋ ਜਾਂਦਾ। ਜਦੋਂ ਗੁਰੂ ਦੇ ਨਾਲ ਪ੍ਰੇਮ ਹੁੰਦਾ ਤਾਂ ਗੁਰੂ ਦਾ ਦੀਦਾਰ ਹੁੰਦਾ। ਗੁਰੂ ਦਾ ਦੀਦਾਰ ਕੀਤਿਆਂ ਉਹਨਾਂ ਨੂੰ ਆਤਮਿਕ ਸੁੱਖ ਮਿਲਦਾ। ਗੁਰ ਕੈ ਦਰਸ਼ਨ ਮੋਖ ਦੁਆਰ, ਸਤਿਗੁਰ ਸੇਵੈ ਪਰਵਾਰ ਸਾਧਾਰ। ਕਹਿੰਦੇ ਗੁਰੂ ਦੇ ਦੀਦਾਰ ਦੇ ਨਾਲ ਜੀਵ ਦੀ ਵਿਕਾਰਾਂ ਤੋਂ, ਮਾਇਆ ਦੇ ਮੋਹ ਤੋਂ ਮੁਕਤੀ ਹੁੰਦੀ ਆ ਤੇ ਜਿਸ ਜੀਵ ਨੂੰ ਗੁਰੂ ਦਾ ਦੀਦਾਰ ਹੁੰਦਾ, ਕਹਿੰਦੇ ਉਹਦਾ ਜਿਹੜਾ ਪਰਿਵਾਰ ਆ ਉਹ ਵੀ ਵਿਕਾਰਾਂ ਤੋਂ ਮੁਕਤ ਹੋ ਜਾਂਦਾ। ਨਿਗੁਰੇ ਕੋ ਗਤ ਕਾਈ ਨਾਹੀ, ਅਵਗਣ ਮੁੱਠੇ ਚੋਟਾਂ ਖਾਹੀ। ਕਹਿੰਦੇ ਜਿਸ ਜੀਵ ਨੇ ਗੁਰੂ ਦੇ ਲੜ ਨਹੀਂ ਲੱਗਿਆ, ਜਿਹੜਾ ਜੀਵ ਕਹਿੰਦੇ ਉਹਦੀ ਉੱਚੀ ਆਤਮਿਕ ਅਵਸਥਾ ਨਹੀਂ ਬਣਦੀ ਹੈ। ਉਹਦੇ ਅੰਦਰ ਔਗਣ ਹੀ ਰਹਿੰਦੇ ਨੇ।
ਜਿਸ ਕਰਕੇ ਫਿਰ ਉਹਨੂੰ ਵਿਕਾਰਾਂ ਦੀਆਂ ਚੋਟਾਂ ਸਹਿਣੀਆਂ ਪੈਂਦੀਆਂ ਨੇ। ਗੁਰ ਕੈ ਸ਼ਬਦ ਸੁਖ ਸਾਂਤ ਸਰੀਰ, ਗੁਰਮੁਖ ਤਾ ਕੋ ਲੱਗੇ ਨ ਪੀਰ। ਕਹਿੰਦੇ ਗੁਰੂ ਦੇ ਸ਼ਬਦ ਵਿੱਚ ਜੁੜਨ ਦੇ ਨਾਲ ਸਰੀਰ ਨੂੰ ਆਤਮਿਕ ਤੌਰ 'ਤੇ ਸ਼ਾਂਤੀ ਹੋ ਜਾਂਦੀ ਆ। ਜਿਹੜੇ ਗੁਰੂ ਦੇ ਸਨਮੁਖ ਰਹਿੰਦੇ ਨੇ ਉਹਨਾਂ ਨੂੰ ਫਿਰ ਵਿਕਾਰਾਂ ਦੀ ਪੀੜ ਨਹੀਂ ਲੱਗਦੀ ਹੈ, ਮਾਇਆ ਦਾ ਮੋਹ ਤੰਗ ਨਹੀਂ ਕਰਦਾ ਹੈ। ਜਮ ਕਾਲ ਤਿਸ ਨੇੜ ਨ ਆਵੈ, ਨਾਨਕ ਗੁਰਮੁਖ ਸਾਚ ਸਮਾਵੈ। ਫਿਰ ਕਹਿੰਦੇ ਉਹਨਾਂ ਨੂੰ ਆਤਮਿਕ ਮੌਤ ਤੰਗ ਨਹੀਂ ਕਰਦੀ ਹੈ, ਆਤਮਿਕ ਮੌਤ ਉਹਦੇ ਨੇੜੇ ਨਹੀਂ ਢੁਕਦੀ ਜੀਵ ਦੇ, ਜਿਹਨੂੰ ਗੁਰੂ ਦਾ ਦੀਦਾਰ ਹੁੰਦਾ। ਨਾਨਕ ਜੀ ਕਹਿੰਦੇ ਨੇ ਜਿਹੜੇ ਗੁਰੂ ਦੇ ਸਨਮੁਖ ਰਹਿੰਦੇ ਨੇ ਉਹ ਨਾਮ ਦੀ ਕਮਾਈ ਕਰਕੇ ਪਵਿੱਤਰ ਹਿਰਦੇ ਵਾਲੇ ਹੁੰਦੇ ਨੇ, ਤੇ ਪਵਿੱਤਰ ਹਿਰਦੇ ਦੇ ਨਾਲ ਉਹ ਉਸ ਸੱਚੇ ਵਿੱਚ ਸਮਾ ਜਾਂਦੇ ਨੇ, ਕਿਉਂਕਿ ਹਿਰਦਾ ਪਵਿੱਤਰ ਹੋ ਜਾਂਦਾ, ਸੱਚਾ ਹੋ ਜਾਂਦਾ। ਸੱਚੇ ਵਿੱਚ ਸਿਰਫ ਸੱਚ ਹੀ ਸਮਾ ਸਕਦਾ। ਜਿਸ ਤਰ੍ਹਾਂ ਦੀ ਧਾਤ ਹੈ ਉਹਦੇ ਵਿੱਚ ਉਸ ਤਰ੍ਹਾਂ ਦੀ ਧਾਤ ਮਿਲਦੀ ਹੈ। ਪਾਣੀ ਹੈ ਤਾਂ ਪਾਣੀ ਵਿੱਚ ਮਿਲਾਇਆ ਨਹੀਂ ਲੱਭਦਾ। ਇਸ ਤਰ੍ਹਾਂ ਹੀ ਜਦੋਂ ਜੀਵ ਦਾ ਹਿਰਦਾ ਸੱਚਾ ਹੁੰਦਾ ਫਿਰ ਉਸ ਸੱਚੇ ਵਾਹਿਗੁਰੂ ਵਿੱਚ ਮਿਲਾਪ ਹੋ ਜਾਂਦਾ। ਆਸਾ ਮਹੱਲਾ ਤੀਜਾ। ਸ਼ਬਦ ਮੁਆ ਵਿੱਚੋਂ ਆਪ ਗਵਾਏ, ਸਤਿਗੁਰ ਸੇਵੇ ਤਿਲ ਨਾ ਤਮਾਏ। ਜਿਹੜੇ ਕਹਿੰਦੇ ਜੀਵ ਗੁਰੂ ਦੇ ਸ਼ਬਦ ਰਾਹੀਂ ਵਿੱਚ ਜੁੜ ਜਾਂਦੇ ਨੇ, ਸ਼ਬਦ ਦੀ ਕਮਾਈ ਕਰਦੇ ਨੇ, ਉਹਨਾਂ ਦੇ ਅੰਦਰੋਂ ਆਪਾ ਭਾਵ ਖਤਮ ਹੋ ਜਾਂਦਾ। ਉਹ ਸਤਿਗੁਰ ਦੀ ਸੇਵਾ ਭਗਤੀ ਕਰਦੇ ਨੇ, ਉਹਨਾਂ ਨੂੰ ਲਾਲਚ ਨਹੀਂ ਰਹਿੰਦਾ ਹੈ। ਨਿਰਭਉ ਦਾਤਾ ਸਦਾ ਮਨ ਹੋਏ, ਸੱਚੀ ਬਾਣੀ ਪਾਏ ਭਾਗ ਕੋਏ। ਕਹਿੰਦੇ ਜਿਹੜਾ ਨਿਰਭਉ ਦਾਤਾ ਪਰਮਾਤਮਾ ਕਹਿੰਦੇ ਵੀ ਉਸ ਜੀਵ ਦੇ ਮਨ ਵਿੱਚ ਸਦਾ ਪਰਮਾਤਮਾ ਵਸਦਾ, ਜਿਹੜਾ ਜੀਵ ਕਹਿੰਦੇ ਸੱਚੀ ਬਾਣੀ ਦੇ ਨਾਲ ਜੁੜਦੇ ਨੇ। ਪਰ ਕਹਿੰਦੇ ਕੋਈ ਭਾਗਾਂ ਵਾਲੇ ਨੇ ਜੋ ਇਸ ਬਾਣੀ ਦੇ ਨਾਲ ਜੁੜਦੇ ਨੇ। ਜੋ ਸੱਚੀ ਬਾਣੀ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੁਣ ਸਾਡੇ ਲਈ ਚੱਲ ਰਹੀ ਹੈ। ਗੁਣ ਸੰਗ੍ਰਹਿ ਵਿੱਚੋਂ ਔਗਣ ਜਾਹੇ, ਪੂਰੈ ਗੁਰ ਕੈ ਸ਼ਬਦ ਸਮਾਹੇ। ਕਹਿੰਦੇ ਫਿਰ ਜਿਹੜੇ ਜੀਵ ਗੁਰੂ ਦੀ ਸੱਚੀ ਬਾਣੀ ਨਾਲ ਜੁੜਦੇ ਨੇ ਉਹਨਾਂ ਦੇ ਵਿੱਚੋਂ ਔਗਣ ਖਤਮ ਹੋ ਜਾਂਦੇ ਨੇ ਤੇ ਉਹ ਗੁਣ ਇਕੱਠੇ ਕਰ ਲੈਂਦੇ ਨੇ। ਫਿਰ ਕਹਿੰਦੇ ਇਸ ਤਰ੍ਹਾਂ ਗੁਣਾਂ ਦੇ ਆਧਾਰ 'ਤੇ ਗੁਰੂ ਦੇ ਸ਼ਬਦ ਦੇ ਵਿੱਚ ਉਹ ਸਮਾਏ ਰਹਿੰਦੇ ਨੇ। ਗੁਣਾ ਕਾ ਗਾਹਕ ਹੋਵੈ ਸੋ ਗੁਣ ਜਾਣੈ, ਅੰਮ੍ਰਿਤ ਸ਼ਬਦ ਨਾਮ ਵਖਾਣੈ। ਕਹਿੰਦੇ ਜਿਸ ਨੂੰ ਗੁਣਾਂ ਦੀ ਪਿਆਸ ਹੈ, ਜੋ ਗੁਣ ਇਕੱਠੇ ਕਰਨਾ ਚਾਹੁੰਦਾ ਹੈ, ਉਹੀ ਗੁਣਾਂ ਦੀ ਕਹਿੰਦੇ ਕਦਰ ਜਾਣਦਾ ਹੈ। ਫਿਰ ਕਹਿੰਦੇ ਉਹ ਅੰਮ੍ਰਿਤ ਰੂਪੀ ਸ਼ਬਦ ਦੇ ਨਾਲ ਨਾਮ ਦਾ ਸਿਮਰਨ ਕਰਦਾ ਹੈ। ਸਾਚੀ ਬਾਣੀ ਸੂਚਾ ਹੋਏ, ਗੁਣ ਤੇ ਨਾਮ ਪ੍ਰਾਪਤ ਹੋਏ। ਕਹਿੰਦੇ ਸੱਚੀ ਬਾਣੀ ਦੇ ਵਿੱਚ ਜੁੜਨ ਦੇ ਨਾਲ ਉਹ ਸੁੱਚਾ ਹੋ ਜਾਂਦਾ, ਪਵਿੱਤਰ ਹੋ ਜਾਂਦਾ। ਜਦੋਂ ਉਹਦੇ ਵਿੱਚ ਗੁਣ ਇਕੱਠੇ ਹੋ ਜਾਂਦੇ ਨੇ ਫਿਰ ਉਹਨੂੰ ਨਾਮ ਦੀ ਪ੍ਰਾਪਤੀ ਹੋ ਜਾਂਦੀ ਆ। ਗੁਣ ਅਮੋਲਕ ਪਾਏ ਨਾ ਜਾਹੇ, ਮਨ ਨਿਰਮਲ ਸਾਚੈ ਸ਼ਬਦ ਸਮਾਹੇ। ਕਹਿੰਦੇ ਗੁਣਾਂ ਦੀ ਕੀਮਤ ਨਹੀਂ ਪਾਈ ਜਾ ਸਕਦੀ, ਪਰ ਗੁਣਾਂ ਦੇ ਰਾਹੀਂ ਨਿਰਮਲ ਹੋਇਆ ਜਾ ਸਕਦਾ। ਨਿਰਮਲ ਹੋ ਕੇ ਸੱਚੇ ਸ਼ਬਦ ਦੇ ਰਾਹੀਂ ਉਸ ਵਾਹਿਗੁਰੂ 'ਚ ਸਮਾਈ ਹੋ ਜਾਂਦੀ ਆ। ਸੇ ਵਡ ਭਾਗੀ ਜਿਨ ਨਾਮ ਤੇ ਆਇਆ, ਸਦਾ ਗੁਣ ਦਾਤਾ ਮਨ ਵਸਾਇਆ। ਕਹਿੰਦੇ ਉਹ ਵੱਡੇ ਭਾਗਾਂ ਵਾਲੇ ਨੇ ਜੋ ਸਦਾ ਉਸ ਪਰਮਾਤਮਾ ਦਾ ਨਾਮ ਜਪਦੇ ਨੇ। ਫਿਰ ਇਸ ਤਰ੍ਹਾਂ ਕਹਿੰਦੇ ਉਹ ਗੁਣ ਦਾਤੇ ਪਰਮਾਤਮਾ ਨੂੰ ਸਦਾ ਆਪਣੇ ਮਨ ਵਿੱਚ ਵਸਾਈ ਰੱਖਦੇ ਨੇ। ਜੋ ਗੁਣ ਸੰਗ੍ਰਹਿ ਤਿਨ ਬਲਿਹਾਰੇ ਜਾਉ, ਦਰ ਸਾਚੈ ਸਾਚੇ ਗੁਣ ਗਾਓ। ਕਹਿੰਦੇ ਜਿਹੜੇ ਗੁਣ ਇਕੱਠੇ ਕਰਦੇ ਨੇ ਉਸ ਵਾਹਿਗੁਰੂ ਦੇ ਆਪਣੇ ਵਿੱਚ, ਉਹਨਾਂ ਤੋਂ ਕਹਿੰਦੇ ਮੈਂ ਬਲਿਹਾਰੇ ਜਾਵਾਂ।
ਕਹਿੰਦੇ ਸਦਾ ਹੀ ਉਸ ਸੱਚੇ ਪਰਮਾਤਮਾ ਦੇ ਸੱਚੇ ਗੁਣਾਂ ਦੀ ਸਿਫਤ ਸਲਾਹ ਕਰਨੀ ਚਾਹੀਦੀ ਆ। ਆਪੇ ਦੇਵੈ ਸਹਿਜ ਸੁਪਾਏ, ਨਾਨਕ ਕੀਮਤ ਕਹਿਣ ਨਾ ਜਾਏ। ਕਹਿੰਦੇ ਜਿਹੜੇ ਗੁਣ ਵੀ ਨੇ ਪਰਮਾਤਮਾ ਦੇ, ਜਿਸ ਨੂੰ ਦੇਵੇ ਕਹਿੰਦੇ ਆਪ ਹੀ ਦੇਵੇ, ਕਹਿੰਦੇ ਤਰੁੱਠ ਕੇ, ਕਹਿੰਦੇ ਜਿਸ ਜੀਵ ਨੂੰ ਮਿਲਦੇ ਨੇ ਉਹਨਾਂ ਵਿੱਚ ਸਹਿਜਤਾ ਆ ਜਾਂਦੀ ਆ। ਕਹਿੰਦੇ ਉਹਦੇ ਗੁਣਾਂ ਦੀ ਕੀਮਤ ਨਹੀਂ ਪਾਈ ਜਾ ਸਕਦੀ, ਗੁਣ ਸੰਗ੍ਰਹਿ ਕੀਤੇ ਜਾ ਸਕਦੇ ਨੇ। ਆਸਾ ਮਹੱਲਾ ਤੀਜਾ। ਸਤਿਗੁਰ ਵਿੱਚ ਵੱਡੀ ਵਡਿਆਈ, ਚਿਰੀ ਵਿਸ਼ੁੰਨੈ ਮੇਲ ਮਿਲਾਈ। ਕਹਿੰਦੇ ਸਤਿਗੁਰ ਵਿੱਚ ਇਹ ਬਹੁਤ ਵੱਡੀ ਵਡਿਆਈ ਆ ਕਿ ਸਾਨੂੰ ਜੀਵਾਂ ਨੂੰ ਪਤਾ ਨਹੀਂ ਕਦੋਂ ਦੇ ਪਰਮਾਤਮਾ ਦੇ ਚਰਨਾਂ ਤੋਂ ਵਿਛੜਿਆਂ ਨੂੰ ਪਰਮਾਤਮਾ ਦੇ ਚਰਨਾਂ 'ਚ ਮੇਲ ਦਿੰਦਾ ਹੈ। ਆਪੇ ਮੇਲੇ ਮੇਲ ਮਿਲਾਏ, ਆਪਣੀ ਕੀਮਤ ਆਪੇ ਪਾਏ। ਕਹਿੰਦੇ ਪਰਮਾਤਮਾ ਜੀਵ ਨੂੰ ਆਪੇ ਹੀ ਗੁਰੂ ਦੇ ਨਾਲ ਮੇਲ ਕੇ ਫਿਰ ਆਪਦੇ ਚਰਨਾਂ 'ਚ ਜੋੜ ਲੈਂਦਾ ਹੈ। ਪਰਮਾਤਮਾ ਕਹਿੰਦੇ ਆਪਣੀ ਕੀਮਤ ਆਪ ਹੀ ਜਾਣਦਾ ਹੈ, ਆਪ ਦੀ ਵਡਿਆਈ ਜੀਵ ਉਹਦੀ ਪੂਰੀ ਵਡਿਆਈ ਨਹੀਂ ਕਰ ਸਕਦਾ। ਹਰ ਕੀ ਕੀਮਤ ਕਿਨ ਬਿਦ ਹੋਏ, ਹਰ ਅਪਰੰਪਰ ਅਗੰਮ ਅਗੋਚਰ, ਗੁਰ ਕੈ ਸ਼ਬਦ ਮਿਲੈ ਜਨ ਕੋਏ ਰਹਾਓ। ਕਹਿੰਦੇ ਹਰੀ ਦੇ ਗੁਣਾਂ ਦੀ ਕੀਮਤ ਕਿਵੇਂ ਪਾਈ ਜਾ ਸਕਦੀ ਆ। ਕਹਿੰਦੇ ਉਹ ਪਰਮਾਤਮਾ ਅਪਰੰਪਰ ਹੈ, ਅਗੰਮ ਹੈ, ਅਗੋਚਰ ਹੈ, ਸਾਡੀ ਪਹੁੰਚ ਤੋਂ ਪਰੇ ਹੈ, ਸਾਡੀ ਗਿਆਨ ਇੰਦਰੀਆਂ ਦੀ ਉਹਦੇ ਤੱਕ ਪਹੁੰਚ ਨਹੀਂ ਹੈ। ਜਦੋਂ ਪਹੁੰਚ ਵੀ ਹੋਣੀ ਆ ਉਹ ਵੀ ਅਨੁਭਵਤਾ ਹੋਣੀ ਆ। ਅਸੀਂ ਉਹਨੂੰ ਜਿਸ ਤਰ੍ਹਾਂ ਆਮ ਸੰਸਾਰ ਨੂੰ ਦੇਖਦੇ ਹਾਂ ਇਸ ਤਰ੍ਹਾਂ ਨਹੀਂ ਦੇ ਸਕਦੇ। ਉਹ ਅੰਦਰ ਅਨੁਭਵਤਾ ਹੁੰਦੀ ਆ, ਆਨੰਦ ਹੁੰਦਾ। ਕਹਿੰਦੇ ਗੁਰੂ ਦੇ ਸ਼ਬਦ ਰਾਹੀਂ ਕਹਿੰਦੇ ਕੋਈ ਵਿਰਲਾ ਹੀ ਉਹਨੂੰ ਮਿਲਦਾ ਹੈ, ਉਹਦੀ ਅਨੁਭਵਤਾ ਪ੍ਰਾਪਤ ਕਰਦਾ ਹੈ। ਵਾਹਿਗੁਰੂ ਜੀ ਵਾਹਿਗੁਰੂ। ਗੁਰਮੁਖ ਕੀਮਤ ਜਾਣੈ ਕੋਏ, ਵਿਰਲੇ ਕਰਮ ਪ੍ਰਾਪਤ ਹੋਏ। ਕਹਿੰਦੇ ਗੁਰੂ ਦੇ ਸਨਮੁਖ ਰਹਿ ਕੇ ਕੋਈ ਵਿਰਲੇ ਗੁਰੂ ਪਰਮਾਤਮਾ ਦੇ ਗੁਣਾਂ ਦੀ ਕਦਰ ਜਾਣਦੇ ਨੇ। ਕਹਿੰਦੇ ਕੋਈ ਵਿਰਲੇ ਨੇ ਜਿਨ੍ਹਾਂ 'ਤੇ ਮਿਹਰ ਹੁੰਦੀ ਆ ਪਰਮਾਤਮਾ ਦੀ, ਉਹਨਾਂ ਨੂੰ ਫਿਰ ਪਰਮਾਤਮਾ ਦੇ ਗੁਣ ਉਹਨਾਂ ਦੇ ਅੰਦਰ ਇਕੱਠੇ ਹੁੰਦੇ ਨੇ। ਉੱਚੀ ਬਾਣੀ ਉੱਚਾ ਹੋਏ, ਗੁਰਮੁਖ ਸ਼ਬਦ ਵਖਾਣੇ ਕੋਏ। ਕਹਿੰਦੇ ਜਿਹੜੇ ਗੁਰੂ ਦੇ ਸਨਮੁਖ ਰਹਿ ਕੇ ਪਰਮਾਤਮਾ ਦੇ ਸ਼ਬਦ ਵਿੱਚ, ਗੁਰੂ ਦੇ ਸ਼ਬਦ ਵਿੱਚ ਜੁੜਦੇ ਨੇ, ਕਹਿੰਦੇ ਫਿਰ ਉਹ ਉੱਚੀ ਬਾਣੀ ਆ ਗੁਰੂ ਦੀ। ਜਿਹੜੇ ਬਾਣੀ ਦੇ ਨਾਲ ਜੁੜਦੇ ਨੇ ਫਿਰ ਉਹਨਾਂ ਦੇ ਜਿਹੜੇ ਜੀਵਨ ਨੇ ਉੱਚੇ ਹੋ ਜਾਂਦੇ ਨੇ, ਉਹ ਉੱਚੇ ਜੀਵਨ ਵਾਲੇ ਹੋ ਜਾਂਦੇ ਨੇ। ਵਿਣ ਨਾਵੈ ਦੁੱਖ ਦਰਦ ਸਰੀਰ, ਸਤਿਗੁਰ ਭੇਟੇ ਤਾਂ ਉਤਰੈ ਪੀਰ। ਕਹਿੰਦੇ ਨਾਮ ਤੋਂ ਬਿਨਾਂ, ਜਦੋਂ ਤੱਕ ਨਾਮ ਨਹੀਂ ਸਿਮਰਦੇ, ਸਰੀਰ ਦੇ ਵਿੱਚ ਕਹਿੰਦੇ ਵਿਕਾਰਾਂ ਦੇ ਦੁੱਖ ਰਹਿੰਦੇ ਨੇ। ਜਦੋਂ ਸਤਿਗੁਰ ਦੇ ਨਾਲ ਮਿਲਾਪ ਹੁੰਦਾ ਫਿਰ ਇਹ ਵਿਕਾਰਾਂ ਦੀ ਪੀੜ ਖਤਮ ਹੁੰਦੀ ਆ। ਬਿਨ ਗੁਰ ਭੇਟੇ ਦੁੱਖ ਕਮਾਏ, ਮਨ ਮੁਖ ਬਹੁਤੀ ਮਿਲੈ ਸਜਾਏ। ਕਹਿੰਦੇ ਜਿਹੜੇ ਮਨਮੁਖ ਨੇ, ਆਪਣੇ ਮਨ ਦੇ ਪਿੱਛੇ ਚੱਲਣ ਵਾਲੇ, ਉਹ ਗੁਰੂ ਦਾ ਮਿਲਾਪ ਨਹੀਂ ਕਰਦੇ, ਫਿਰ ਉਹਨਾਂ ਨੂੰ ਵਿਕਾਰਾਂ ਦੇ ਦੁੱਖ ਸਹਿਣੇ ਪੈਂਦੇ ਨੇ। ਜਿਹੜੇ ਵਿਕਾਰਾਂ ਦੇ ਦੁੱਖ ਨੇ, ਮਾਇਆ ਦਾ ਮੋਹ ਦਾ ਦੁੱਖ ਆ, ਇਹ ਸਜ਼ਾ ਹੀ ਹੈ ਇੱਕ ਤਰ੍ਹਾਂ ਦੀ। ਅੰਤਰ ਆਤਮਿਕ ਆਨੰਦ ਨਹੀਂ ਨਾ ਮਿਲਦਾ ਫਿਰ ਇਹਨਾਂ ਨਾਲ। ਹਰ ਕਾ ਨਾਮ ਮੀਠਾ ਅਤ ਰਸ ਹੋਏ, ਪੀਵਤ ਰਹੇ ਪਿਆਏ ਸੋਏ। ਕਹਿੰਦੇ ਜਿਹੜਾ ਹਰੀ ਦਾ ਨਾਮ ਆ ਬੜਾ ਹੀ ਮਿੱਠਾ, ਰਸ ਭਰਪੂਰ ਹੈ, ਪਰ ਕਹਿੰਦੇ ਉਹੀ ਪੀਂਦੇ ਨੇ ਜਿਨ੍ਹਾਂ ਨੂੰ ਪਰਮਾਤਮਾ ਇਹ ਆਪਣਾ ਨਾਮ ਰਸ ਪਿਲਾਉਂਦਾ ਹੈ। ਗੁਰ ਕਿਰਪਾ ਤੇ ਹਰ ਰਸ ਪਾਏ, ਨਾਨਕ ਨਾਮ ਰਤੇ ਗਤ ਪਾਏ। ਨਾਨਕ ਜੀ ਕਹਿੰਦੇ ਨੇ ਗੁਰੂ ਦੀ ਕਿਰਪਾ ਦੇ ਨਾਲ ਜੀਵ ਹਰੀ ਦੇ ਨਾਮ ਦਾ ਰਸ ਪਾਉਂਦੇ ਨੇ ਤੇ ਨਾਮ ਵਿੱਚ ਰੰਗੇ ਹੋਣ ਨਾਲ ਹੀ ਉੱਚੀ ਆਤਮਿਕ ਅਵਸਥਾ ਪ੍ਰਾਪਤ ਕਰਦੇ ਨੇ। ਆਸਾ ਮਹੱਲਾ ਤੀਜਾ। ਮੇਰਾ ਪ੍ਰਭ ਸਾਚਾ ਗਹਿਰ ਗੰਭੀਰ, ਸੇਵਤ ਹੀ ਸੁਖ ਸ਼ਾਂਤ ਸਰੀਰ।
ਕਹਿੰਦੇ ਪਰਮਾਤਮਾ ਬੜਾ ਗੰਭੀਰ ਹੈ, ਬਹੁਤ ਗਹਿਰਾ ਹੈ, ਸੱਚਾ ਹੈ, ਸਦਾ ਰਹਿਣ ਵਾਲਾ। ਉਹਦੀ ਸੇਵਾ ਭਗਤੀ ਕੀਤਿਆਂ ਹੀ ਸਰੀਰ ਦੇ ਵਿੱਚ ਸੁੱਖ ਆ ਜਾਂਦਾ ਹੈ, ਆਤਮਿਕ ਆਨੰਦ ਮਿਲ ਜਾਂਦਾ ਹੈ। ਸ਼ਬਦ ਤਰੇ ਜਨ ਸਹਿਜ ਸੁਪਾਏ, ਤਿਨ ਕੈ ਹਮ ਸਦ ਲਾਗੈ ਪਾਏ। ਕਹਿੰਦੇ ਜਿਹੜੇ ਜਨ ਉਸ ਪਰਮਾਤਮਾ ਦਾ ਨਾਮ ਜਪਦੇ ਨੇ, ਗੁਰੂ ਦੇ ਸ਼ਬਦ ਵਿੱਚ ਜੁੜਦੇ ਨੇ, ਕਹਿੰਦੇ ਸੰਸਾਰ ਸਾਗਰ ਨੂੰ ਤਰਦੇ ਨੇ, ਆਤਮਿਕ ਅਡੋਲਤਾ ਵਿੱਚ ਟਿਕਦੇ ਨੇ, ਕਹਿੰਦੇ ਅਸੀਂ ਉਹਨਾਂ ਦੇ ਸਦਾ ਹੀ ਪੈਰੀ ਲੱਗਦੇ ਹਾਂ। ਜੋ ਮਨ ਰਾਤੇ ਹਰ ਰੰਗ ਲਾਏ, ਤਿਨ ਕਾ ਜਨਮ ਮਰਨ ਦੁਖ ਲਾਥਾ, ਤੇ ਹਰ ਦਰਗਹਿ ਮਿਲੈ ਸੁਪਾਏ ਰਹਾਓ। ਜੋ ਕਹਿੰਦੇ ਆਪਣੇ ਮਨੋਂ ਉਸ ਪਰਮਾਤਮਾ ਦੇ ਪ੍ਰੇਮ ਰੰਗ ਵਿੱਚ ਲੱਗੇ ਹੁੰਦੇ ਨੇ, ਉਹਨਾਂ ਦਾ ਕਹਿੰਦੇ ਜਨਮ ਮਰਨ ਦਾ ਚੱਕਰ ਖਤਮ ਹੋ ਜਾਂਦਾ, ਤੇ ਉਹ ਕਹਿੰਦੇ ਆਤਮਿਕ ਅਡੋਲਤਾ 'ਚ ਟਿਕ ਕੇ ਪਰਮਾਤਮਾ ਦੀ ਹਜ਼ੂਰੀ 'ਚ ਵੱਸਦੇ ਨੇ। ਰਹਾਓ। ਸ਼ਬਦ ਚਾਖੈ ਸਾਚਾ ਸਾਧ ਪਾਏ, ਹਰ ਕਾ ਨਾਮ ਮਨ ਵਸਾਏ। ਕਹਿੰਦੇ ਜਿਹੜੇ ਜੀਵ ਹਰੀ ਦਾ ਨਾਮ ਮਨ 'ਚ ਵਸਾਉਂਦੇ ਨੇ, ਗੁਰੂ ਦੇ ਸ਼ਬਦ ਦੀ ਕਮਾਈ ਕਰਦੇ ਨੇ, ਕਹਿੰਦੇ ਉਹ ਉਸ ਸੱਚੇ ਦਾ ਕਹਿੰਦੇ ਨਾਮ ਰਸ ਦਾ ਸਵਾਦ ਚੱਖ ਲੈਂਦੇ ਨੇ। ਹਰ ਪ੍ਰਭ ਸਦਾ ਰਿਹਾ ਭਰਪੂਰ, ਆਪੇ ਨੇੜੈ ਆਪੇ ਦੂਰ। ਕਹਿੰਦੇ ਪਰਮਾਤਮਾ ਹਰ ਇੱਕ ਜਗ੍ਹਾ 'ਤੇ ਵਿਆਪਕ ਆ ਅਤੇ ਸਦਾ ਹੀ ਵਿਆਪਕ ਆ। ਕਹਿੰਦੇ ਆਪ ਹੀ ਕਿਸੇ ਜੀਵ ਨੂੰ ਉਹ ਨੇੜਤਾ ਮਹਿਸੂਸ ਕਰਾਉਂਦਾ ਹੈ, ਆਪੇ ਹੀ ਕਿਸੇ ਜੀਵ ਤੋਂ ਦੂਰੀ 'ਤੇ ਹੈ। ਇਹ ਹੈ ਜੀਵ ਦੀ ਨਾਮ ਦੀ ਕਮਾਈ, ਸਿਮਰਨ, ਉਹਨਾਂ ਦੇ ਰਾਹੀਂ ਗੁਣਾਂ ਦਾ ਸੰਗ੍ਰਹਿ, ਜਿਸ ਦੇ ਹਿਸਾਬ ਨਾਲ ਪਰਮਾਤਮਾ ਤੋਂ ਨੇੜਤਾ ਮਹਿਸੂਸ ਹੁੰਦੀ ਹੈ ਜਾਂ ਦੂਰੀ ਮਹਿਸੂਸ ਹੁੰਦੀ ਹੈ। ਆਖਣ ਆਖੈ ਬਕੈ ਸਭ ਕੋਏ, ਆਪੇ ਬਖਸ਼ ਮਿਲਾਏ ਸੋਏ। ਕਹਿੰਦੇ ਕਹਿਣ ਨੂੰ ਤੇ ਸਾਰੇ ਕਹਿੰਦੇ ਆ ਕਿ ਪਰਮਾਤਮਾ ਨੇੜੇ ਆ, ਨੇੜੇ ਆ, ਪਰ ਕਹਿੰਦੇ ਵੀ ਜਿਸ ਤੇ ਬਖਸ਼ਿਸ਼ ਕਰਕੇ ਆਪਣੇ ਨਾਲ ਮਿਲਾਉਂਦਾ, ਮਤਲਬ ਉਹੀ ਵੱਡੇ ਭਾਗਾਂ ਵਾਲਾ ਹੈ। ਇਹ ਕਹਿਣ ਕਰਨ ਦੀਆਂ ਗੱਲਾਂ ਨਹੀਂ, ਇਹ ਤੇ ਅਨੁਭਵਤਾ ਦੀਆਂ ਗੱਲਾਂ ਨੇ। ਕਹਿਣੇ ਕਥਨ ਨ ਪਾਇਆ ਜਾਏ, ਗੁਰ ਪ੍ਰਸਾਦ ਵਸੈ ਮਨ ਆਏ। ਕਹਿੰਦੇ ਨਿਰੀਆਂ ਗੱਲਾਂ ਕਰਨ ਦੇ ਨਾਲ ਪਰਮਾਤਮਾ ਨਹੀਂ ਪਾਇਆ ਜਾ ਸਕਦਾ, ਗੁਰੂ ਦੀ ਕਿਰਪਾ ਦੇ ਨਾਲ ਹੀ ਪਰਮਾਤਮਾ ਮਨ ਵਿੱਚ ਆ ਕੇ ਵਸਦਾ ਹੈ ਜੀਵ ਦੇ। ਫਿਰ ਅੱਗੇ ਦੱਸ ਰਹੇ ਨੇ ਵੀ ਕਿਵੇਂ ਵਸਦਾ। ਗੁਰਮੁਖ ਵਿੱਚੋਂ ਆਪ ਗਵਾਏ, ਹਰ ਰੰਗ ਰਾਤੇ ਮੋਹ ਚੁਕਾਏ। ਫਿਰ ਕਹਿੰਦੇ ਵੀ ਗੁਰੂ ਦੇ ਸਨਮੁਖ ਰਿਹਾ ਜੀਵ ਆਪਣੇ ਵਿੱਚੋਂ ਆਪਾ ਭਾਵ ਹਉਮੈ ਖਤਮ ਕਰ ਲੈਂਦਾ ਤੇ ਪਰਮਾਤਮਾ ਦੇ ਨਾਮ ਰੰਗ ਵਿੱਚ, ਪ੍ਰੇਮ ਰੰਗ ਵਿੱਚ ਰੰਗਿਆ ਰਹਿੰਦਾ, ਮਾਇਆ ਦਾ ਮੋਹ ਖਤਮ ਹੋ ਜਾਂਦਾ। ਫਿਰ ਅਤ ਨਿਰਮਲ ਗੁਰ ਸ਼ਬਦ ਵਿਚਾਰ, ਗੁਰੂ ਦੇ ਸ਼ਬਦ ਦੇ ਰਾਹੀਂ ਉਹਦਾ ਹਿਰਦਾ ਅਤੀ ਨਿਰਮਲ ਹੋ ਜਾਂਦਾ, ਬਹੁਤ ਨਿਰਮਲ ਹੋ ਜਾਂਦਾ। ਫਿਰ ਕਹਿੰਦੇ ਨੇ ਨਾਨਕ ਨਾਮ ਸਵਾਰਣ ਹਾਰ। ਕਹਿੰਦੇ ਨਾਮ ਦੇ ਨਾਲ ਨਾਨਕ ਜੀ ਕਹਿੰਦੇ ਜੀਵ ਦਾ ਜੀਵਨ, ਆਤਮਿਕ ਜੀਵਨ ਸਵਾਰਿਆ ਜਾਂਦਾ। ਜਦੋਂ ਆਤਮਿਕ ਜੀਵਨ ਸਵਾਰ ਹੋ ਜਾਂਦਾ, ਹਿਰਦਾ ਨਿਰਮਲ ਹੋ ਜਾਂਦਾ, ਆਪਾ ਭਾਵ ਹਉਮੈ ਖਤਮ ਹੋ ਜਾਂਦੀ ਆ, ਮਾਇਆ ਦਾ ਮੋਹ ਚੁੱਕਿਆ ਜਾਂਦਾ, ਪ੍ਰੇਮ ਰੰਗ ਵਿੱਚ ਜੀਵ ਪਰਮਾਤਮਾ ਦੇ ਰੰਗਿਆ ਜਾਂਦਾ, ਫਿਰ ਪਰਮਾਤਮਾ ਹਿਰਦੇ ਵਿੱਚ ਆ ਕੇ ਵਸ ਜਾਂਦਾ ਜੀਵ ਦੇ। ਇਸ ਤਰ੍ਹਾਂ ਫਿਰ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ ਜੀਵ ਨੂੰ। ਹਾਂਜੀ ਸੰਗਤ ਜੀ, ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ, ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ। ਸਤਿਗੁਰੂ ਜੀ, ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਸਾਂਝ ਪਾਉਂਦਿਆਂ, ਗੁਰਬਾਣੀ ਵਿਚਾਰ ਕਰਦਿਆਂ, ਗੁਰਬਾਣੀ ਪੜ੍ਹਦਿਆਂ ਹੋਈਆਂ ਅਨੰਤ ਅਨੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਸਤਿਗੁਰੂ ਜੀ। ਅੱਗੇ ਤੋਂ ਸਮੱਤ ਦੇਣੀ ਪਰਮੇਸ਼ਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।